ਸ੍ਰੀ ਵਾਹਿਗੁਰੂ ਸਾਹਿਬ ਜੀ। ਆਇਆ ਸੁਣਿਆ ਬਿਦਰ ਦੇ, ਬੋਲੇ ਦੁਰਜੋਧਨ ਹੋਏ ਰੁੱਖਾ। ਘਰ ਅਸਾਡੇ ਛੱਡ ਕੇ, ਗੋਲੇ ਦੇ ਘਰ ਜਾਹੇ ਕੇ ਸੁਖਾ। ਭੀਖਮ ਦੋਣਾ ਕਰਨ ਤਜ, ਸਭਾ ਸੀਗਾਰ ਵੱਡੇ ਮਾਨੁਖਾ। ਝੁੰਗੀ ਜਾਏ ਵਲਾਇਓਨ, ਸਭਨਾਂ ਦੇ ਜੀ ਅੰਦਰ ਤੁਖਾ। ਹੱਸ ਬੋਲੇ ਭਗਵਾਨ ਜੀ, ਸੁਣਹੁ ਰਾਜਾ ਹੋਏ ਸਨਮੁਖਾ। ਤੇਰੇ ਭਾਉ ਨ ਦਿਸਈ, ਮੇਰੇ ਨਾਹੀ ਅਪਦਾ ਦੁਖਾ। ਭਾਉ ਜਿਵੇਹਾ ਬਿਦਰ ਦੇ, ਹੋਰੀ ਦੇ ਚਿਤ ਚਾਉ ਨਾ ਚੁਖਾ। ਗੋਬਿੰਦ ਭਾਉ ਭਗਤ ਦਾ ਭੁਖਾ। ਗੋਬਿੰਦ ਭਾਉ ਭਗਤ ਦਾ ਭੁਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀ 10ਵੀਂ ਵਾਰ ਦੇ ਵਿੱਚੋਂ 7ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਹੁਣ ਭਾਈ ਗੁਰਦਾਸ ਸਾਹਿਬ ਜੀ ਦੁਆਪਰ ਦੇ ਭਗਤਾਂ ਦੀ ਕਥਾ ਲਿਖਦੇ ਹੈ। ਇਸ ਪੌੜੀ ਦੇ ਵਿੱਚ ਬਿਦਰ ਅਤੇ ਦੁਰਜੋਧਨ ਦੀ ਕਥਾ ਦਾ ਵਰਣਨ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ, ਗੋਬਿੰਦ ਭਾਉ ਭਗਤ ਦਾ ਭੁੱਖਾ। ਪਰਮਾਤਮਾ ਉਹ ਪ੍ਰੇਮਾ ਭਗਤੀ ਦਾ ਭੁੱਖਾ ਹੈ। ਉਹ ਕਿਸੇ ਦੇ ਤਨ ਨੂੰ ਨਹੀਂ ਵੇਖਦਾ, ਉਹ ਕਿਸੇ ਦੇ ਤਨ ਦੇ ਰੰਗ ਨੂੰ ਨਹੀਂ ਵੇਖਦਾ, ਹਾਥੀ ਘੋੜੇ ਕਿਸੇ ਦੇ ਨਹੀਂ ਦੇਖਦਾ, ਮਾਇਆ ਦੌਲਤ ਨਹੀਂ ਵੇਖਦਾ। ਵਾਹਿਗੁਰੂ ਪਰਮੇਸ਼ਰ ਹਿਰਦੇ ਦਾ ਪ੍ਰੇਮ ਵੇਖਦਾ ਹੈ, ਉਹਦੇ 'ਤੇ ਪ੍ਰਸੰਨ ਹੋ ਜਾਂਦਾ ਹੈ। ਸੋ ਪ੍ਰੇਮਾ ਭਗਤੀ ਦਾ ਉਹ ਭੁੱਖਾ ਹੈ, ਕਿਸੇ ਦੇ ਧਨ ਦਾ ਭੁੱਖਾ ਨਹੀਂ ਹੈ। ਇਸ ਲਈ ਵਾਹਿਗੁਰੂ ਦਾ ਪ੍ਰੇਮ ਹਿਰਦੇ ਦੇ ਵਿੱਚ ਉਜਾਗਰ ਕਰਨਾ, ਪੈਦਾ ਕਰਨਾ ਹਰੇਕ ਨੂੰ ਚਾਹੀਦਾ ਹੈ। ਤਾਂ ਹੀ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਲਿਖੇ ਹੈ, ਸਾਚ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਜਿਨ੍ਹਾਂ ਨੇ ਉਹਦੇ ਨਾਲ ਪ੍ਰੇਮ ਕੀਤਾ, ਉਹਨਾਂ ਨੇ ਪ੍ਰਭੂ ਨੂੰ ਪਾ ਲਿਆ ਹੈ। ਸੋ ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀ ਵਾਰ 10ਵੀਂ ਵਾਰ ਦੀ 7ਵੀਂ ਪੌੜੀ ਦੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਆਇਆ ਸੁਣਿਆ ਬਿਦਰ ਦੇ, ਬੋਲੇ ਦੁਰਜੋਧਨ ਹੋਏ ਰੁੱਖਾ।
ਪਾਂਡਵਾਂ ਤੇ ਕੌਰਵਾਂ ਦਾ ਝਗੜਾ ਹੋਇਆ। ਉਸ ਝਗੜੇ ਨੂੰ ਨਿਬੇੜਨ ਦੇ ਵਾਸਤੇ ਸਮੇਂ ਦੇ ਅਵਤਾਰੀ ਪੁਰਸ਼ ਸ਼੍ਰੀ ਕ੍ਰਿਸ਼ਨ ਜੀ ਉਹ ਝਗੜੇ ਦਾ ਨਿਬੇੜਾ ਕਰਨ ਲਈ, ਸੁਲ੍ਹਾ ਸਫਾਈ ਕਰਾਉਣ ਵਾਸਤੇ ਵਕੀਲ ਬਣ ਕੇ ਆਏ ਸਨ। ਦੁਰਯੋਧਨ ਜਿਹੜਾ ਸੀ ਹੰਕਾਰੀ ਸੀ, ਰਾਜ ਭਾਗ ਕੋਲ ਹੈ, ਹਾਥੀ ਘੋੜੇ ਧਨ ਦੌਲਤ ਬਥੇਰੀ ਹੈ, ਔਰ ਇੰਨਾ ਹੰਕਾਰੀ ਸੀ ਕ੍ਰਿਸ਼ਨ ਜੀ ਦਾ ਸਤਿਕਾਰ ਨਹੀਂ ਸੀ ਕਰਦਾ। ਜਿਸ ਵੇਲੇ ਦੁਰਯੋਧਨ ਨੂੰ ਪਤਾ ਲੱਗਾ ਕ੍ਰਿਸ਼ਨ ਜੀ ਆ ਰਹੇ ਹੈ, ਤੇ ਇਹ ਉੱਠ ਕਰਕੇ ਜਿੱਥੇ ਹਾਥੀ ਬੱਝੇ ਹੋਏ ਸਨ ਉਹਨਾਂ ਹਾਥੀਆਂ ਨੂੰ ਵੇਖਣ ਚਲਿਆ ਗਿਆ। ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ। ਮਨ ਵਿੱਚ ਇਹ ਸੀ ਵੀ ਜੇ ਇੱਥੇ ਕ੍ਰਿਸ਼ਨ ਜੀ ਆਏ, ਮੈਨੂੰ ਉੱਠ ਕੇ ਸਨਮਾਨ ਕਰਨਾ ਪਏਗਾ, ਨਮਸਕਾਰ ਕਰਨੀ ਪਏਗੀ। ਤੇ ਕ੍ਰਿਸ਼ਨ ਜੀ ਨੂੰ ਗਵਾਲਿਆਂ ਦਾ ਪੁੱਤਰ ਸਮਝਦਾ ਸੀ, ਇਹ ਤਾਂ ਗਵਾਲਿਆਂ ਦੇ ਘਰੇ ਜੰਮੇ ਪਲੇ ਹੈ, ਸੋ ਮਨ ਵਿੱਚ ਸਤਿਕਾਰ ਨਹੀਂ ਸੀ। ਸੋ ਕ੍ਰਿਸ਼ਨ ਜੀ ਉਹ ਹਿਰਦੇ ਦੇ ਪ੍ਰੇਮ ਨੂੰ ਤੱਕਦੇ ਸਨ। ਰਾਤ ਉਹਨਾਂ ਨੇ ਦਾਸੀ ਦੇ ਪੁੱਤਰ ਬਿਦਰ ਦੇ ਘਰ ਰਹਿਣਾ ਕੀਤਾ। ਇਹ ਬਿਦਰ ਦਾਸੀ ਦਾ ਪੁੱਤਰ ਸੀ, ਇਸ ਲਈ ਸੀ ਪਰਮੇਸ਼ਰ ਦਾ ਭਗਤ, ਹਿਰਦੇ ਵਿੱਚ ਪ੍ਰੇਮ ਸੀ, ਕ੍ਰਿਸ਼ਨ ਜੀ ਦਾ ਬਹੁਤ ਸਤਿਕਾਰ ਕਰਦਾ ਸੀ। ਪਰ ਦੁਰਯੋਧਨ ਬਿਦਰ ਦਾ ਵੀ ਸਤਿਕਾਰ ਨਹੀਂ ਸੀ ਕਰਦਾ। ਸੋ ਜੋ ਥੋੜ੍ਹਾ ਜਿਹਾ ਜੇ ਆਪਾਂ ਪਿੱਛੇ ਜਾਵਾਂਗੇ, ਸੋ ਇਹ ਕਥਾ ਮਹਾਂਭਾਰਤ ਦੇ ਵਿੱਚ ਲਿਖੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਸਤਿਗੁਰੂ ਨੇ ਬਹੁਤ ਵਾਰ ਇਹਨਾਂ ਭਗਤਾਂ ਦਾ ਜ਼ਿਕਰ ਕੀਤਾ ਹੈ। ਬਿਦਰ ਦਾ ਬਹੁਤ ਵਾਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਮਿਲੇਗਾ। ਹਸਤਨਾਪੁਰ ਨਰੇਸ਼ ਰਾਜਾ ਸ਼ਾਂਤਨੂ ਹੋਇਆ ਹੈ। ਰਾਜਾ ਸ਼ਾਂਤਨੂ ਦੀਆਂ ਦੋ ਰਾਣੀਆਂ ਸਨ, ਇੱਕ ਦਾ ਨਾਂ ਗੰਗਾ ਹੈ, ਦੂਜੀ ਦਾ ਨਾਂ ਸਤਿਆਵਤੀ ਹੈ। ਗੰਗਾ ਦਾ ਪੁੱਤਰ ਭੀਸ਼ਮ ਪਿਤਾਮਾ ਤੇ ਸਤਿਆਵਤੀ ਜਿਹੜੀ ਰਾਣੀ ਹੈ ਉਹਦੇ ਦੋ ਪੁੱਤਰ ਨੇ, ਚਿਤਰਾਂਗਦ ਤੇ ਬਚਿੱਤਰ ਵੀਰ। ਭੀਸ਼ਮ ਪਿਤਾਮਾ ਨੇ ਪ੍ਰਤੱਗਿਆ ਕੀਤੀ ਹੋਈ ਸੀ ਵੀ ਮੈਂ ਹਸਤਨਾਪੁਰ ਦੀ ਰਾਖੀ ਤਾਂ ਜ਼ਰੂਰ ਕਰਾਂਗਾ, ਪਰ ਤਖਤ ਦੇ ਉੱਤੇ ਨਹੀਂ ਬੈਠਾਂਗਾ। ਰਾਜਾ ਸ਼ਾਂਤਨੂ ਦੀ ਮੌਤ ਹੋਈ। ਉਸ ਤੋਂ ਬਾਅਦ ਚਿਤਰਾਂਗਦ ਵੱਡਾ ਸੀ, ਉਹ ਤਖਤ ਦੇ ਉੱਤੇ ਬੈਠਾ। ਥੋੜ੍ਹਾ ਹੀ ਸਮਾਂ ਲੰਘਿਆ, ਚਿਤਰਾਂਗਦ ਦੀ ਵੀ ਮੌਤ ਹੋ ਗਈ। ਉਹਦੇ ਤੋਂ ਬਾਅਦ ਫਿਰ ਚਿਤਰਾਂਗਦ ਤੋਂ ਜਿਹੜਾ ਛੋਟਾ ਸੀ ਵਚਿੱਤਰ ਵੀਰ, ਉਹ ਤਖਤ ਦੇ ਉੱਤੇ ਬੈਠਾ। ਵਚਿੱਤਰ ਵੀਰ ਦੀਆਂ ਦੋ ਰਾਣੀਆਂ ਸਨ, ਅੰਬਿਕਾ ਤੇ ਅੰਬਾਲਿਕਾ। ਵਚਿੱਤਰ ਵੀਰ ਉਹਦੇ ਘਰ ਦੇ ਵਿੱਚ ਅਜੇ ਕੋਈ ਸੰਤਾਨ ਨਹੀਂ ਸੀ ਹੈ, ਤੇ ਵਚਿੱਤਰ ਵੀਰ ਦੀ ਵੀ ਮੌਤ ਹੋ ਗਈ। ਸੋ ਇਹ ਤਿੰਨੇ ਭਰਾ ਲੱਗਦੇ ਨੇ, ਭੀਸ਼ਮ ਪਿਤਾਮਾ, ਚਿਤਰਾਂਗਦ ਤੇ ਵਚਿੱਤਰ ਵੀਰ। ਹੁਣ ਦੋਵਾਂ ਦੀ ਮੌਤ ਹੋ ਗਈ, ਦੋਵੇਂ ਹੀ ਭਰਾ, ਚਿਤਰਾਂਗਦ ਵੀ ਤੇ ਵਚਿੱਤਰ ਵੀਰ। ਅੱਗੇ ਕੋਈ ਸੰਤਾਨ ਹੈ ਨਹੀਂ, ਤਖਤ 'ਤੇ ਬੈਠਣ ਵਾਲਾ ਕੋਈ ਨਹੀਂ। ਭੀਸ਼ਮ ਪਿਤਾਮਾ ਉਹਨੇ ਪ੍ਰਤੱਗਿਆ ਕੀਤੀ ਸੀ ਵੀ ਮੈਂ ਤਖਤ ਦੇ ਉੱਤੇ ਬੈਠਣਾ ਨਹੀਂ। ਵਚਿੱਤਰ ਵੀਰ ਦੀਆਂ ਦੋਵੇਂ ਰਾਣੀਆਂ ਅੰਬਿਕਾ ਤੇ ਅੰਬਾਲਿਕਾ ਇਹ ਰੰਡੀਆਂ ਹੋ ਗਈਆਂ। ਹੁਣ ਇਹਨਾਂ ਦੀ ਜਿਹੜੀ ਮਾਂ ਸੀ, ਵਚਿੱਤਰ ਵੀਰ ਤੇ ਚਿਤਰਾਂਗਦ ਦੀ ਰਾਣੀ ਸਤਿਆਵਤੀ, ਅੰਬਿਕਾ ਤੇ ਅੰਬਾਲਿਕਾ ਦੀ ਸੱਸ, ਉਹ ਚਾਹੁੰਦੀ ਸੀ
ਕਿ ਤਖਤ 'ਤੇ ਕੋਈ ਮੇਰਾ ਹੀ ਪੋਤਾ ਪੁੱਤਰ ਬੈਠੇ, ਪਰ ਦੋਵਾਂ ਪੁੱਤਰਾਂ ਦੀ ਮੌਤ ਹੋ ਗਈ ਸੀ। ਅਤੇ ਇਸ ਲਈ ਰਾਣੀ ਸਤਿਆਵਤੀ ਨੇ ਬਿਆਸ ਜੀ ਨੂੰ ਬੇਨਤੀ ਕੀਤੀ ਕਿ ਤੁਹਾਡੇ ਕੋਲ ਸ਼ਕਤੀ ਹੈ, ਕਿਰਪਾ ਕਰੋ ਤਖਤ 'ਤੇ ਬੈਠਣ ਵਾਲਾ ਵਾਰਸ ਆਵੇ। ਬਿਆਸ ਨੇ ਕਿਹਾ, ਠੀਕ ਹੈ, ਮੈਂ ਦ੍ਰਿਸ਼ਟੀ ਦੇ ਨਾਲ ਤੱਕਾਂਗਾ, ਦ੍ਰਿਸ਼ਟੀ ਦੇ ਨਾਲ ਅੱਖਾਂ ਨਾਲ ਵੇਖਾਂਗਾ ਜੋ ਮਹਾਭਾਰਤ ਵਿੱਚ ਲਿਖਿਆ ਹੈ, ਅਤੇ ਤੇਰੀਆਂ ਜਿਹੜੀਆਂ ਨੂੰਹਾਂ ਨੇ ਉਹਨਾਂ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ। ਰਾਣੀ ਸਤਿਆਵਤੀ ਨੇ ਆਪਣੀ ਨੂੰਹ ਨੂੰ ਬਿਆਸ ਰਿਸ਼ੀ ਦੇ ਕੋਲ ਭੇਜਿਆ। ਅੰਬਕਾ ਨੂੰ ਬਿਆਸ ਰਿਸ਼ੀ ਨੇ ਦ੍ਰਿਸ਼ਟੀ ਦੇ ਨਾਲ ਤੱਕਿਆ, ਨਜ਼ਰ ਭਰ ਕੇ ਵੇਖਿਆ, ਅਤੇ ਜਿਹੜੀ ਅੰਬਕਾ ਸੀ ਵਾਪਸ ਆਈ। ਫਿਰ ਸਮਾਂ ਲੰਘਿਆ, ਉਹਦੇ ਘਰ ਦੇ ਵਿੱਚ ਇੱਕ ਪੁੱਤਰ ਪੈਦਾ ਹੋਇਆ ਜਿਹਦਾ ਨਾਂ ਧ੍ਰਿਤਰਾਸ਼ਟਰ ਹੈ। ਇਹ ਜਨਮ ਤੋਂ ਅੰਨ੍ਹਾ ਸੀ, ਦਿਸਦਾ ਨਹੀਂ ਸੀ, ਕਿਉਂਕਿ ਜਿਸ ਵੇਲੇ ਅੰਬਕਾ ਬਿਆਸ ਕੋਲ ਗਈ ਨੇਤਰ ਬੰਦ ਕਰ ਲਏ ਸਨ। ਦੂਜੀ ਅੰਬਾਲਕਾ ਨੂੰ ਬਿਆਸ ਦੇ ਕੋਲ ਭੇਜਿਆ, ਉਹਨੇ ਦ੍ਰਿਸ਼ਟੀ ਦੇ ਨਾਲ ਵੇਖਿਆ। ਸਮੇਂ ਬਾਅਦ ਫਿਰ ਅੰਬਾਲਕਾ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ, ਉਹਦਾ ਨਾਂ ਰੱਖਿਆ ਪਾਂਡੂ। ਸੋ ਇੱਕ ਦਾ ਧ੍ਰਿਤਰਾਸ਼ਟਰ ਅਤੇ ਇੱਕ ਦਾ ਪਾਂਡੂ, ਜੋ ਬਾਅਦ ਵਿੱਚ ਤਖਤ 'ਤੇ ਬੈਠਦਾ ਹੈ, ਰਾਜਾ ਪਾਂਡੂ। ਰਾਣੀ ਸਤਿਆਵਤੀ ਨੇ, ਪਾਂਡੂ ਜਿਹੜਾ ਸੀ ਸਵਸਥ ਨਹੀਂ ਸੀ ਸਰੀਰ ਕਰਕੇ, ਇੱਕ ਅੰਨ੍ਹਾ ਸੀ, ਦੂਜਾ ਸਰੀਰ ਕਰਕੇ ਸਵਸਥ ਨਹੀਂ ਸੀ। ਅੰਬਕਾ ਨੂੰ ਫੇਰ ਕਿਹਾ ਰਾਣੀ ਸਤਿਆਵਤੀ ਨੇ ਵੀ ਤੂੰ ਬਿਆਸ ਦੇ ਕੋਲ ਜਾ, ਬਚਨ ਲੈ ਕੇ ਆ, ਦ੍ਰਿਸ਼ਟੀ ਦੇ ਨਾਲ ਤੱਕੇਗਾ। ਅੰਬਕਾ ਆਪ ਤਾਂ ਨਾ ਗਈ, ਇੱਕ ਦਾਸੀ ਸੀ ਗੋਲੀ, ਉਹ ਦਾਸੀ ਨੂੰ ਬਿਆਸ ਦੇ ਕੋਲ ਭੇਜ ਦਿੱਤਾ। ਬਿਆਸ ਰਿਸ਼ੀ ਨੇ ਦ੍ਰਿਸ਼ਟੀ ਦੇ ਨਾਲ ਦ੍ਰਿਸ਼ਟੀ ਕੀਤੀ, ਤੱਕਿਆ, ਤਾਂ ਉਹ ਦਾਸੀ ਦੇ ਪੇਟ ਤੋਂ ਜਿਹੜਾ ਬੱਚਾ ਪੈਦਾ ਹੋਇਆ ਉਹਦਾ ਨਾਮ ਬਿਦਰ ਰੱਖਿਆ। ਇਹ ਪਰਮੇਸ਼ਰ ਦਾ ਭਗਤ ਸੀ, ਭਾਵਨਾ ਵਾਲਾ ਸੀ। ਸੋ ਇਸ ਹਿਸਾਬ ਦੇ ਨਾਲ ਇਹ ਤਿੰਨੇ ਭਰਾ ਧ੍ਰਿਤਰਾਸ਼ਟਰ, ਪਾਂਡੂ ਅਤੇ ਬਿਦਰ ਤਖਤ ਦੇ ਉੱਤੇ ਰਾਜਾ ਪਾਂਡੂ ਬੈਠਾ, ਅਤੇ ਰਾਜੇ ਪਾਂਡੂ ਦੇ ਅੱਗੇ 5 ਪੁੱਤਰ ਸਨ, ਜਿਹੜੇ 5 ਪਾਂਡਵ ਕਹਿਲਾਉਂਦੇ ਹੈ। ਪਾਂਡੂ ਜਿਹੜਾ ਸੀ ਉਹਦੀਆਂ 2 ਰਾਣੀਆਂ ਸੀ, ਇੱਕ ਤੋਂ 3 ਪੁੱਤਰ ਅਤੇ ਇੱਕ ਤੋਂ 2 ਪੁੱਤਰ। ਅਤੇ ਦੂਜੇ ਪਾਸੇ ਧ੍ਰਿਤਰਾਸ਼ਟਰ, ਉਹਦਾ ਪੁੱਤਰ ਸੀ ਦੁਰਯੋਧਨ, ਅਤੇ ਦੁਰਯੋਧਨ ਦੇ 100 ਭਰਾ ਹੋਰ ਸੀ। ਦੁਸ਼ਾਸਨ ਸੀ ਉਹਦਾ ਛੋਟਾ ਭਰਾ। ਸੋ ਇਹ ਜਿਹੜੇ ਸੀ ਨਾ ਪਾਂਡੂ, 5 ਪਾਂਡਵ ਅਤੇ ਦੁਰਯੋਧਨ ਚਾਚੇ ਤਾਏ ਦੇ ਪੁੱਤਰ ਨੇ। ਇਹਨਾਂ ਦਾ ਹੀ ਫਿਰ ਅੱਗੇ ਚੱਲ ਕੇ ਰਾਜ ਤੋਂ ਝਗੜਾ ਹੁੰਦਾ ਹੈ, ਮਹਾਭਾਰਤ ਦਾ ਜੰਗ ਹੁੰਦਾ ਹੈ। ਸੋ ਇਹ ਬਿਦਰ ਜਿਹੜਾ ਸੀ ਦਾਸੀ ਪੁੱਤਰ ਸੀ, ਇਸ ਲਈ ਜਿਹੜਾ ਦੁਰਯੋਧਨ ਸੀ ਉਹ ਬਿਦਰ ਦਾ ਸਤਿਕਾਰ ਨਹੀਂ ਸੀ ਕਰਦਾ, ਅਤੇ ਮਹਿਲਾਂ ਤੋਂ ਬਾਹਰ ਇੱਕ ਕੱਖਾਂ ਦੀ ਛੰਨ ਦੇ ਵਿੱਚ ਬਿਦਰ ਰਹਿੰਦਾ ਸੀ। ਇਹਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਪਿਆਰ ਸਮੋਇਆ ਹੋਇਆ ਸੀ। ਸੋ ਵੈਸੇ ਮਹਾਭਾਰਤ ਦੀ ਕਥਾ ਹੈ ਤਾਂ ਬਹੁਤ ਲੰਬੀ ਚੌੜੀ, ਪਰ ਮੂਲ ਰੂਪ ਦੇ ਵਿੱਚ ਇੰਨਾ ਕੁ ਸਾਨੂੰ ਪਤਾ ਹੋਣਾ ਚਾਹੀਦਾ ਹੈ। ਧ੍ਰਿਤਰਾਸ਼ਟਰ, ਪਾਂਡੂ ਅਤੇ ਬਿਦਰ ਇਹ ਭਰਾ ਨੇ। ਗੱਲ ਇਹ ਨਹੀਂ ਸੀ ਬਿਦਰ ਦਾਸੀ ਦਾ ਪੁੱਤਰ ਸੀ। ਸੋ ਸ਼੍ਰੀ ਕ੍ਰਿਸ਼ਨ ਜੀ ਜਦੋਂ ਇਹਨਾਂ ਦਾ ਸਮਝੌਤਾ ਕਰਾਉਣ ਆਏ, ਉਦੋਂ ਬਿਦਰ ਦੇ ਘਰ ਰਹੇ ਸਨ। ਦੁਰਯੋਧਨ ਦੇ ਰਾਜ ਮਹਿਲਾਂ ਨੂੰ ਛੱਡ ਕੇ ਬਿਦਰ ਦੀ ਕੱਖਾਂ ਦੀ ਛੰਨ ਵਿੱਚ ਜਾ ਕੇ ਰਾਤ ਬਤੀਤ ਕੀਤੀ, ਅਤੇ ਉਹਦੀ ਘਰਵਾਲੀ, ਬਿਦਰ ਦੀ ਘਰਵਾਲੀ ਨੂੰ ਚਾਅ ਚੜ੍ਹ ਗਿਆ, ਭਗਵਾਨ ਜੀ ਆਏ ਹੈ,
ਉਹਨੇ ਚਾਹ ਦੇ ਵਿੱਚ ਸਾਗ ਬਣਾਇਆ, ਉਹਦੇ ਵਿੱਚ ਲੂਣ ਪਾਉਣਾ ਹੀ ਭੁੱਲ ਗਈ। ਸ੍ਰੀ ਕ੍ਰਿਸ਼ਨ ਜੀ ਨੇ ਅਲੂਣਾ ਸਾਗ ਖਾਧਾ, ਉਹਦੇ ਵਿੱਚੋਂ ਅੰਮ੍ਰਿਤ ਸਵਾਦ ਆਇਆ। ਸੋ ਉਸ ਕਥਾ ਦਾ ਭਾਈ ਗੁਰਦਾਸ ਸਾਹਿਬ ਜੀ ਜ਼ਿਕਰ ਕਰ ਰਹੇ ਨੇ। ਆਇਆ ਸੁਣਿਆ ਬਿਦਰ ਦੇ, ਬੋਲੇ ਦੁਰਜੋਧਨ ਹੋਏ ਰੁੱਖਾ। ਜਦੋਂ ਬਿਦਰ ਦੇ ਘਰੇ ਆਇਆ, ਸੁਣਿਆ ਵੀ ਕ੍ਰਿਸ਼ਨ ਜੀ ਬਿਦਰ ਦੇ ਘਰ ਆਏ ਹੈ, ਉਹਦੇ ਕੋਲ ਰਹੇ ਹੈ, ਤੇ ਅਗਲੇ ਦਿਨ ਦੁਰਜੋਧਨ ਰੁੱਖਾ ਬੋਲ, ਗੁੱਸੇ ਵਿੱਚ ਬੋਲ ਕ੍ਰਿਸ਼ਨ ਜੀ ਨੂੰ ਬੋਲਣ ਲੱਗਾ। ਘਰ ਅਸਾਡੇ ਛੱਡ ਕੇ ਗੋਲੇ ਦੇ ਘਰ ਜਾਹੇ ਕਿ ਸੁੱਖਾ। ਦੁਰਜੋਧਨ ਕਹਿੰਦਾ ਕ੍ਰਿਸ਼ਨ ਜੀ, ਸਾਡੇ ਘਰ ਨੂੰ ਛੱਡ ਕੇ, ਰਾਜ ਮਹਿਲਾਂ ਨੂੰ ਛੱਡ ਕੇ ਦੱਸੋ ਗੋਲੇ ਦੇ ਘਰ ਜਾ ਕੇ ਕੀ ਸੁੱਖ ਮਿਲ ਗਿਆ। ਉਹਦੀ ਕੱਖਾਂ ਦੀ ਛੰਨ ਵਿੱਚ ਭੁੰਜੇ ਲੰਮੇ ਪੈਣਾ ਪਿਆ, ਉਹਦੇ ਕੋਲ ਤਾਂ ਖਾਣ ਨੂੰ ਵੀ ਕੁਝ ਨਹੀਂ। ਇੱਥੇ ਮੇਰੇ ਕੋਲ ਆਉਂਦੇ ਤੁਹਾਨੂੰ 36 ਪ੍ਰਕਾਰ ਦੇ ਪਕਵਾਨ ਭੋਜਨ ਤਿਆਰ ਕਰਕੇ ਛਕਾਉਂਦਾ, ਕੋਮਲ ਸੇਜਾਵਾਂ ਉਹਨਾਂ 'ਤੇ ਰਾਤ ਵਿਸ਼ਰਾਮ ਕਰਵਾਉਂਦਾ। ਦੱਸੋ ਗੋਲੇ ਦੇ ਘਰ ਵਿੱਚ ਜਾ ਕਰਕੇ ਤੁਹਾਨੂੰ ਕੀ ਸੁੱਖ ਮਿਲਿਆ। ਭੀਖਮ ਦੋਣਾ ਕਰਨ ਤਜ, ਸਭਾ ਸੀਗਾਰ ਵੱਡੇ ਮਾਨੁਖਾ। ਇੱਥੇ ਮੇਰੀ ਸਭਾ ਦਾ ਸ਼ਿੰਗਾਰ ਵੱਡੇ ਵੱਡੇ ਬੰਦੇ ਨੇ। ਭੀਸ਼ਮ ਪਿਤਾਮਾ ਵਰਗੇ ਪ੍ਰਤੱਗੀ, ਤੁਸੀਂ ਉਹਨਾਂ ਦਾ ਵੀ ਖਿਆਲ ਨਹੀਂ ਕੀਤਾ। ਭੀਸ਼ਮ ਪਿਤਾਮਾ ਨੂੰ ਛੱਡ ਕੇ, ਦਰੋਣਾਚਾਰਿਆ ਨੂੰ ਛੱਡ ਕੇ, ਕਰਨ ਨੂੰ ਵੱਡੇ ਰਾਜੇ ਨੂੰ ਛੱਡ ਕੇ, ਤੇ ਇੱਕ ਗੋਲੇ ਦੇ ਘਰ ਚਲੇ ਗਏ। ਦਾਸੀ ਪੁੱਤਰ ਦੇ, ਦਾਸੀ ਦਾ ਜਿਹੜਾ ਪੁੱਤ ਹੈ ਉਹਦੇ ਘਰੇ ਜਾ ਕੇ ਰਹੇ। ਇਹ ਤਾਂ ਦੱਸੋ ਤੁਹਾਨੂੰ ਉੱਥੇ ਸੁੱਖ ਕੀ ਮਿਲਿਆ। ਨਾ ਕੋਈ ਉਹਦੇ ਕੋਲ ਸਹੂਲਤ ਹੈ, ਨਾ ਕੋਈ ਉਹਦੇ ਕੋਲ ਧਨ ਦੌਲਤ ਹੈ। ਜੇ ਮੇਰਾ ਨਹੀਂ ਤੇ ਘੱਟੋ ਘੱਟ ਆ ਸਭਾ ਦਾ ਸ਼ਿੰਗਾਰ ਜਿਹੜੇ ਬੰਦੇ ਵੱਡੇ ਨੇ ਇਹਨਾਂ ਦਾ ਖਿਆਲ ਕਰ ਲੈਂਦੇ। ਭੀਸ਼ਮ ਪਿਤਾਮਾ ਕੋਲ ਆ ਜਾਂਦੇ, ਉਹਦੇ ਕੋਲ ਰਾਤ ਰਹਿ ਲੈਂਦੇ। ਦਰੋਣਾਚਾਰਿਆ ਗੁਰੂ ਸੀ ਇਹਨਾਂ ਦਾ, ਪਾਂਡਵਾਂ ਤੇ ਕੌਰਵਾਂ ਦਾ, ਸ਼ਸਤਰ ਵਿੱਦਿਆ ਦਾ ਗੁਰੂ। ਕਹਿੰਦਾ ਗੁਰੂ ਦਰੋਣਾਚਾਰਿਆ ਦੇ ਕੋਲ ਰਹਿ ਲੈਂਦੇ। ਕਰਨ ਤੇ ਰਾਜਾ ਕਰਨ, ਇਹ ਵੀ ਪਾਂਡਵਾਂ ਦਾ ਭਰਾ ਹੀ ਸੀ, ਪਰ ਇਹ ਕੁਆਰੀ ਦੇ ਹੋਇਆ ਸੀ, ਇਸ ਲਈ ਗਿਣਤੀ 5 ਦੀ ਕੀਤੀ ਜਾਂਦੀ ਹੈ, 5 ਪਾਂਡਵ। ਦੁਰਯੋਧਨ ਕਹਿਣ ਲੱਗਾ ਵੀ ਇਹ ਵੱਡੇ ਵੱਡੇ ਬੰਦੇ, ਇਹਨਾਂ ਸਾਰਿਆਂ ਨੂੰ ਛੱਡ ਦਿੱਤਾ ਤੁਸੀਂ, ਤੇ ਉੱਥੇ ਜਾ ਕੇ ਇੱਕ ਕੱਖਾਂ ਦੀ ਛੰਨ ਵਿੱਚ ਰਹੇ। ਝੁੰਗੀ ਜਾਏ ਵਲਾਇਓਨ, ਸਭਨਾ ਦੇ ਜੀ ਅੰਦਰ ਤੁਖਾ। ਇਸ ਗੱਲ ਨੇ ਸਾਰਿਆਂ ਦੇ ਅੰਦਰ ਇਹ ਚਿੰਤਾ ਪੈਦਾ ਕੀਤੀ ਹੈ, ਸਾਰਿਆਂ ਦੇ ਅੰਦਰ ਦੁਖਦੇ ਹੈ ਵੀ ਕ੍ਰਿਸ਼ਨ ਜੀ ਝੁੰਗੀ ਜਾਏ ਵਲਾਇਓਨ, ਵੀ ਇੱਕ ਝੁੱਗੀ ਕੱਖਾਂ ਦੀ ਛੰਨ ਵਿੱਚ ਜਾ ਕੇ ਰਹੇ, ਉੱਥੇ ਸਮਾਂ ਬਤੀਤ ਕੀਤਾ, ਤੇ ਇੱਥੇ ਮਹਿਲਾਂ ਦੇ ਵਿੱਚ ਨਹੀਂ ਆਏ। ਹੱਸ ਬੋਲੇ ਭਗਵਾਨ ਜੀ, ਸੁਣੋ ਰਾਜਾ ਹੋਏ ਸਨਮੁਖਾ। ਜਦ ਦੁਰਯੋਧਨ ਨੇ ਇਹ ਗੱਲਾਂ ਕਹੀਆਂ ਤਾਂ ਸ਼੍ਰੀ ਕ੍ਰਿਸ਼ਨ ਜੀ ਹੱਸ ਬੋਲੇ ਭਗਵਾਨ ਜੀ। ਸ਼੍ਰੀ ਕ੍ਰਿਸ਼ਨ ਭਗਵਾਨ ਜੀ ਹੱਸ ਕੇ ਬੋਲੇ, ਕਹਿੰਦੇ ਦੁਰਯੋਧਨ ਸੁਣੋ ਰਾਜਾ ਹੋਏ ਸਨਮੁਖਾ, ਮੇਰੇ ਸਾਹਮਣੇ ਹੋ ਕੇ ਧਿਆਨ ਦੇ ਕੇ ਸਨਮੁਖ ਹੋ ਕੇ ਗੱਲ ਸੁਣ। ਤੇਰੇ ਭਾਉ ਨ ਦਿਸਈ, ਮੇਰੇ ਨਾਹੀ ਅਪਦਾ ਦੁੱਖਾ। ਦੁਰਯੋਧਨ ਗੱਲ ਇਹ ਹੈ ਵੀ ਤੇਰੇ ਅੰਦਰ ਪ੍ਰੇਮ ਨਹੀਂ ਦਿਸਦਾ। ਤੇਰੇ ਭਾਉ ਨ ਦਿਸਈ, ਮੇਰੇ ਨਾਹੀ ਅਪਦਾ ਦੁੱਖਾ। ਤੇ ਮੇਰੇ ਮਨ ਦੇ ਵਿੱਚ ਤੇ ਮੈਨੂੰ ਹੋਰ ਕੋਈ ਅਪਦਾ ਖੇਚਲ ਦਾ ਦੁੱਖ ਹੀ ਕੋਈ ਨਹੀਂ ਹੈ। ਗੱਲ ਇਹ ਹੈ ਵੀ ਤੇਰੇ ਧਨ, ਤੇਰੀ ਦੌਲਤ, ਸਾਰਾ ਕੁਝ ਤੈਨੂੰ ਮੁਬਾਰਕ, ਪਰ ਜਿਹੜਾ ਪ੍ਰੇਮ, ਜਿਹੜਾ ਪਿਆਰ, ਮੁਹੱਬਤ ਬਿਦਰ ਦੇ ਹਿਰਦੇ ਵਿੱਚ ਹੈ ਨਾ, ਬਿਦਰ ਭਗਤ ਦੇ, ਉਹ ਤੇਰੇ ਅੰਦਰ ਨਹੀਂ। ਤੂੰ ਕਹਿੰਦਾ ਰਾਜ ਮਹਿਲ 36 ਪ੍ਰਕਾਰ ਦੇ ਮੈਂ ਪਕਵਾਨ ਤਿਆਰ ਕਰਕੇ ਤੁਹਾਨੂੰ ਛਕਾਉਂਦਾ, ਤੇਰੇ ਪਕਵਾਨਾਂ ਦੇ ਵਿੱਚੋਂ ਹੰਕਾਰ ਦੀ ਬਦਬੂ ਆਉਂਦੀ ਸੀ, ਤੇ ਜੋ ਬਿਦਰ ਨੇ ਤਿਆਰ ਕਰਕੇ ਛਕਾਇਆ ਉਹਦੇ ਵਿੱਚੋਂ ਪ੍ਰੇਮ ਦੀ ਸੁਗੰਧ ਹੀ ਆਈ ਹੈ।
ਅਸੀਂ ਤਾਂ ਜਿਹੜਾ ਪ੍ਰੇਮ ਕਰਦਾ, ਜਿਹਦੇ ਹਿਰਦੇ ਵਿੱਚ ਪਿਆਰ ਹੋਵੇ, ਉਹਦੇ ਕੋਲ ਹੀ ਜਾਂਦੇ ਹਾਂ। ਦੁਰਯੋਧਨ ਨੂੰ ਕੋਈ ਜਵਾਬ ਨਹੀਂ ਆਇਆ। ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ, ਬਾਬਾ ਕਬੀਰ ਸਾਹਿਬ ਜੀ ਨੇ ਇਸ ਕਥਾ ਦਾ ਜ਼ਿਕਰ ਕੀਤਾ ਹੈ। ਰਾਜਨ ਕੌਣ ਤੁਮਾਰੇ ਆਵੇ। ਸ੍ਰੀ ਕ੍ਰਿਸ਼ਨ ਜੀ ਕਹਿਣ ਲੱਗੇ, ਐ ਰਾਜਾ ਦੁਰਯੋਧਨ, ਤੇਰੇ ਘਰ ਕਿਹਨੇ ਆਉਣਾ ਸੀ, ਤੇਰੇ ਮਹਿਲਾਂ 'ਚ ਕਿਹਨੇ ਆਉਣਾ ਸੀ। ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹਿ ਭਾਵੈ। ਮੈਂ ਤਾਂ ਇਹੋ ਜਿਹਾ ਪ੍ਰੇਮ ਵੇਖਿਆ ਬਿਦਰ ਦਾ, ਉਹ ਗਰੀਬ ਬਿਦਰ, ਭਗਤ ਬਿਦਰ, ਉਹ ਮੈਨੂੰ ਪਾਉਂਦਾ ਚੰਗਾ ਲੱਗਦਾ ਹੈ। ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹਿ ਭਾਵੈ। ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ। ਤੂੰ ਆਪਣੇ ਹਾਥੀ ਘੋੜੇ ਵੇਖ ਕੇ ਭਰਮ ਵਿੱਚ ਭੁੱਲ ਗਿਆ। ਤੂੰ ਤਾਂ ਉੱਠ ਕੇ ਉਧਰ ਚਲਿਆ ਗਿਆ ਸੀ ਹਾਥੀਆਂ ਵਾਲੇ ਪਾਸੇ, ਵੀ ਕ੍ਰਿਸ਼ਨ ਜੀ ਦਾ ਉੱਠ ਕੇ ਸਤਿਕਾਰ ਕਰਨਾ ਪਏਗਾ, ਨਮਸਕਾਰ ਕਰਨੀ ਪਏਗੀ। ਤੂੰ ਤਾਂ ਜਾਣਿਆ ਹੀ ਨਹੀਂ ਸਾਨੂੰ। ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ। ਐ ਦੁਰਯੋਧਨ, ਤੇਰੇ ਘਰ ਦਾ ਦੁੱਧ ਵੀ ਚੰਗਾ ਨਹੀਂ ਲੱਗਦਾ। ਬਿਦਰ ਕੋ ਪਾਨੋ, ਤੇ ਬਿਦਰ ਦੇ ਘਰ ਦਾ ਜਿਹੜਾ ਪਾਣੀ ਹੈ ਨਾ, ਫੋਕਾ ਪਾਣੀ, ਅੰਮ੍ਰਿਤ ਕਰ ਮੈਂ ਮਾਨਿਆ, ਉਹ ਮੈਂ ਅੰਮ੍ਰਿਤ ਕਰਕੇ ਮੰਨਦਾ ਹਾਂ। ਉਹਦੇ ਅੰਦਰ ਪ੍ਰੇਮ ਹੈ, ਭਾਵਨਾ ਦੇ ਨਾਲ ਛਕਾਉਂਦਾ ਹੈ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ। ਚਾਅ ਇੰਨਾ ਚੜ੍ਹਿਆ ਸੀ ਬਿਦਰ ਤੇ ਉਹਦੀ ਘਰਵਾਲੀ ਨੂੰ, ਸਾਗ ਦੇ ਵਿੱਚ ਲੂਣ ਪਾਉਣਾ ਹੀ ਭੁੱਲ ਗਏ। ਅਲੂਣਾ ਹੀ ਕ੍ਰਿਸ਼ਨ ਜੀ ਨੂੰ ਸਾਗ ਛਕਾ ਦਿੱਤਾ। ਕ੍ਰਿਸ਼ਨ ਜੀ ਨੇ ਛਕ ਲਿਆ। ਜਦੋਂ ਆਪ ਬਾਅਦ ਵਿੱਚ ਛਕਣ ਲੱਗੀ ਤੇ ਵੇਖਿਆ ਵੀ ਉਹ ਲੂਣ ਪਾਉਣਾ ਹੀ ਭੁੱਲ ਗਈ। ਤੇ ਕ੍ਰਿਸ਼ਨ ਜੀ ਤੋਂ ਮੁਆਫੀ ਮੰਗੇ। ਕ੍ਰਿਸ਼ਨ ਜੀ ਕਹਿੰਦੇ, ਨਹੀਂ, ਇਹਦੇ ਵਿੱਚ ਪ੍ਰੇਮ ਸਮੋਇਆ ਹੋਇਆ ਸੀ, ਤੇ ਇਸ ਲਈ ਅਸੀਂ ਹਿਰਦੇ ਦਾ ਪ੍ਰੇਮ ਵੇਖਦੇ ਹਾਂ, ਇਹ ਰਸਾਂ ਦੇ ਸਵਾਦ, ਇਹ ਰਸ ਕਸ ਨਹੀਂ ਦੇਖਦੇ। ਕ੍ਰਿਸ਼ਨ ਜੀ ਕਹਿਣ ਲੱਗੇ, ਦੁਰਯੋਧਨ, ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ। ਖੀਰ ਸਮਾਨ ਸਾਗ ਮੈਂ ਪਾਇਆ। ਜਿਹੜਾ ਸਾਗ ਰਾਤੀ ਬਿਦਰ ਨੇ ਤਿਆਰ ਕਰਕੇ ਮੈਨੂੰ ਖਵਾਇਆ, ਉਹ ਅੰਮ੍ਰਿਤ ਕਰ ਮੈਂ ਮੰਨਿਆ ਹੈ। ਉਹਦੇ ਵਿੱਚੋਂ ਖੀਰ ਵਰਗਾ ਸਵਾਦ ਆਇਆ ਹੈ। ਉਹ ਸਾਗ ਨਹੀਂ, ਅਲੂਣਾ ਸਾਗ ਨਹੀਂ, ਉਹ ਖੀਰ ਸੀ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ। ਤੇ ਰੱਬ ਦੇ ਗੁਣ ਗਾਉਂਦਿਆਂ ਸਾਰੀ ਰਾਤ ਬਤੀਤ ਕੀਤੀ ਹੈ। ਕਬੀਰ ਕੋ ਠਾਕੁਰ ਅਨੰਦ ਬਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਪਰਮਾਤਮਾ ਉਹ ਕਿਸੇ ਦੀ ਜਾਤ ਪਾਤ ਨਹੀਂ ਵੇਖਦਾ, ਉਹ ਹਿਰਦੇ ਦੇ ਪ੍ਰੇਮ ਨੂੰ ਵੇਖਦਾ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿਰਤੀ ਸਿੱਖ ਭਾਵਨਾ ਵਾਲੇ ਭਾਈ ਲਾਲੋ ਕੋ ਜਾਂਦੇ ਹੈ, ਤੇ ਮਲਕ ਭਾਗੋ ਉਹਦੇ ਪਕਵਾਨ, ਪੂੜੀਆਂ, ਪੂੜੇ ਸਭ ਕੁਝ ਠੁਕਰਾ ਦਿੰਦੇ ਹੈ। ਤੇ ਫਿਰ ਮਹਾਰਾਜ ਦੱਸਦੇ ਹੈ ਵੀ ਤੇਰੀ ਜਿਹੜੀ ਕਮਾਈ ਹੈ ਨਾ, ਉਹ ਗਰੀਬਾਂ ਦੇ ਲਹੂ ਦੀ ਹੈ, ਹੱਕ ਦੀ ਨਹੀਂ। ਸੋ ਸੱਚੇ ਪਾਤਸ਼ਾਹ ਜੀ ਤਾਂ ਪ੍ਰੇਮ ਦੇ ਭੁੱਖੇ ਹੈ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਇਸ ਕਥਾ ਦਾ ਜ਼ਿਕਰ ਕਰ ਰਹੇ ਨੇ, ਤੇਰੇ ਭਾਉ ਨਾ ਦਿਸਈ, ਮੇਰੇ ਨਾਹੀ ਆਪਦਾ ਦੁੱਖਾ। ਦੁਰਯੋਧਨ, ਤੇਰੇ ਅੰਦਰ ਪ੍ਰੇਮ ਨਹੀਂ ਸੀ ਦਿਸਦਾ, ਤੇ ਮੈਨੂੰ ਕੋਈ ਆਪਦਾ ਕੋਈ ਦੁੱਖ ਨਹੀਂ। ਭਾਉ ਜਿਵੇਹਾ ਬਿਦਰ ਦੇ, ਹੋਰੀ ਦੇ ਚਿਤ ਚਾਉ ਨਾ ਚੁੱਖਾ। ਬਿਦਰ ਜੀ ਦੇ ਮਨ ਵਿੱਚ ਜੋ ਪ੍ਰੇਮ ਤੇ ਚਾਅ ਹੈ, ਉਹਦੇ ਮੁਕਾਬਲੇ ਦੁਰਯੋਧਨ ਤੇਰੇ ਤੇ ਹੋਰ ਕਿਸੇ ਦੇ ਮਨ ਵਿੱਚ ਚੁੱਖਾ, ਰੰਚਕ ਮਾਤਰ ਥੋੜ੍ਹਾ ਜਿੰਨਾ ਵੀ ਨਹੀਂ। ਤੁਹਾਨੂੰ ਕੋਈ ਚਾਅ ਨਹੀਂ। ਬਿਦਰ ਨੇ ਪਤਾ ਕਿੰਨਾ ਚਾਅ ਕੀਤਾ ਆਉਣ ਦਾ। ਸੋ ਇਸ ਲਈ ਅਸੀਂ ਬਿਦਰ ਕੋਲ ਰਹੇ ਹਾਂ। ਗੋਬਿੰਦ ਭਾਉ ਭਗਤ ਦਾ ਭੁੱਖਾ। ਇਸ ਲਈ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਪਰਮੇਸ਼ਰ ਹੈ, ਉਹ ਕੇਵਲ ਪ੍ਰੇਮ ਭਾਵਨਾ ਦਾ ਹੀ ਭੁੱਖਾ ਹੈ। ਉਹ ਕਿਸੇ ਦੇ ਪਦਾਰਥਾਂ ਦਾ ਭੁੱਖਾ ਨਹੀਂ, ਧਨ ਦੌਲਤ ਦਾ ਭੁੱਖਾ ਨਹੀਂ, ਮਾਇਆ ਦਾ ਭੁੱਖਾ ਨਹੀਂ, ਉਹ ਪ੍ਰੇਮ ਦਾ ਭੁੱਖਾ ਹੈ।
ਸੋ ਸਿੱਖਿਆ ਦਿੱਤੀ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਕਥਾ ਦੇ ਵਿੱਚ ਬਹੁਤ ਵੱਡੀ, ਕਿ ਜਿੱਥੇ ਪ੍ਰੇਮ ਨਾ ਹੋਵੇ, ਜਿਹਦੇ ਹਿਰਦੇ ਵਿੱਚ ਪ੍ਰੇਮ ਦਾ ਵਾਸ ਨਾ ਹੋਵੇ, ਉੱਥੇ ਰਹਿਣਾ ਨਹੀਂ ਚਾਹੀਦਾ। ਕ੍ਰਿਸ਼ਨ ਜੀ ਬਿਦਰ ਦੇ ਕੋਲ ਰਹੇ, ਭਾਵੇਂ ਕੱਖਾਂ ਦੀ ਛੰਨ 'ਚ ਰਹੇ, ਦੁਰਯੋਧਨ ਦੇ ਰਾਜ ਮਹਿਲ ਛੱਡ ਦਿੱਤੇ, ਕਿਉਂਕਿ ਦੁਰਯੋਧਨ ਦੇ ਅੰਦਰ ਪ੍ਰੇਮ ਹੀ ਨਹੀਂ ਸੀ। ਜਿੱਥੇ ਕੋਈ ਪ੍ਰੇਮ ਕਰਨ ਵਾਲਾ ਨਹੀਂ, ਕੋਈ ਚਾਹਣ ਵਾਲਾ ਨਹੀਂ, ਉੱਥੇ ਨਿਵਾਸ ਨਹੀਂ ਕਰਨਾ ਚਾਹੀਦਾ, ਤੇ ਆਪ ਆਸ ਵੀ ਨਹੀਂ ਕਰਨੀ ਚਾਹੀਦੀ। ਸੋ ਕ੍ਰਿਸ਼ਨ ਜੀ ਨੇ ਬਿਦਰ ਦੇ ਘਰੇ ਰਹਿ ਕੇ ਇਹ ਮਿਸਾਲ ਪੇਸ਼ ਕੀਤੀ ਕਿ ਪਿਆਰ ਕਰਨ ਵਾਲਾ ਭਾਵੇਂ ਅਤ ਦਾ ਗਰੀਬ ਹੋਵੇ, ਸੋ ਉਹਦੇ ਕੋਲ ਵਾਸ ਕਰਨਾ ਚਾਹੀਦਾ ਹੈ। ਅਤੇ ਪਰਮਾਤਮਾ ਉਹ ਬਾਹਰ ਦੀ ਧਨ ਦੌਲਤ ਨੂੰ ਨਹੀਂ ਵੇਖਦਾ, ਉਹ ਪਿਆਰ ਨੂੰ ਵੇਖਦਾ ਹੈ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ, ਸਾਗੈ ਕੋ ਨਾ ਟਿਕੈ ਵੇਕਾਰੀ, ਗੁਰ ਪੂਰੈ ਇਹ ਗੱਲ ਸਾਰੀ। ਨਿਮਰਤਾ, ਪਿਆਰ, ਭਗਤੀ ਜਿਹਦੇ ਅੰਦਰ ਹੈ, ਪਰਮਾਤਮਾ ਉਹਦੇ 'ਤੇ ਖੁਸ਼ ਹੁੰਦਾ ਹੈ, ਸੋ ਉਹਨੂੰ ਹੀ ਉਹ ਚਾਹੁੰਦਾ ਹੈ। ਹੁਣ ਇਸ ਤੋਂ ਅੱਗੇ 8ਵੀਂ ਪੌੜੀ 10ਵੀਂ ਵਾਰ ਦੀ ਹੈ। ਦ੍ਰੋਪਦੀ ਜਿਵੇਂ ਉਹਦੀ ਮਾਲਕ ਨੇ ਮਿਹਰ ਕਰਕੇ ਪਾਤਰ ਇੱਜ਼ਤ ਰੱਖੀ, ਉਹਦੀ ਰੱਖਿਆ ਕੀਤੀ, ਉਹਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਕਰਦੇ ਹੈ। ਅੰਦਰ ਸਭਾ ਦੁਸਾਸਣੈ, ਮੱਥੇ ਵਾਲ ਦ੍ਰੋਪਦੀ ਆਂਦੀ। ਯੁਧਿਸ਼ਟਰ ਤੇ ਦੁਰਯੋਧਨ ਨੇ ਜੂਆ ਖੇਡਿਆ, ਦੁਰਯੋਧਨ ਜਿੱਤ ਗਿਆ। ਰਾਜ ਭਾਗ, ਧਨ ਦੌਲਤ, ਹਾਥੀ ਘੋੜੇ, ਸਾਰਾ ਕੁਝ ਯੁਧਿਸ਼ਟਰ ਨੇ ਦਾਅ 'ਤੇ ਲਾ ਦਿੱਤਾ, ਹਾਰ ਗਿਆ। ਪੰਜੇ ਪਾਂਡਵ ਵੀ ਆਪਣਾ ਸਰੀਰ, ਆਪਣਾ ਬਲ ਹਾਰ ਗਏ। ਅਖੀਰ ਦ੍ਰੋਪਦੀ, ਉਹਨੂੰ ਵੀ ਜੂਏ ਦੇ ਵਿੱਚ ਹਾਰ ਗਏ। ਦੁਰਯੋਧਨ ਨੇ ਪੁਰਾਣਾ ਵੈਰ ਕੱਢਣਾ ਸੀ। ਰਾਜਾ ਦ੍ਰੁਪਦ ਦੀ ਇਹ ਪੁੱਤਰੀ ਸੀ, ਨਾਂ ਤਾਂ ਕ੍ਰਿਸ਼ਨਾ ਸੀ, ਪਰ ਦ੍ਰੋਪਦੀ ਇਤਿਹਾਸ ਦੇ ਵਿੱਚ ਪ੍ਰਸਿੱਧ ਹੋਇਆ। ਅਤੇ ਰਾਜੇ ਦ੍ਰੁਪਦ ਨੇ ਜਦੋਂ ਸਵਯੰਬਰ ਰਚਿਆ ਸੀ, ਉਹ ਪਹਿਲਾਂ ਹੀ ਚਾਹੁੰਦਾ ਸੀ ਵੀ ਅਰਜਨ ਵਰ ਕੇ ਲੈ ਕੇ ਜਾਵੇ ਮੇਰੀ ਧੀ ਨੂੰ। ਉਦੋਂ ਉਹ ਲੁਕ ਛਿਪ ਕੇ ਰਹਿੰਦੇ ਸੀ। ਸਵਯੰਬਰ ਜਦੋਂ ਦ੍ਰੋਪਦੀ ਦਾ ਕੀਤਾ, ਰਚਿਆ ਗਿਆ, ਬੜੇ ਬੜੇ ਸੂਰਬੀਰ ਯੋਧੇ ਆਏ, ਪੰਜੇ ਪਾਂਡਵ ਵੀ ਆਏ, ਬ੍ਰਾਹਮਣ ਦਾ ਭੇਸ ਬਣਾ ਕੇ ਆਏ ਸੀ। ਸਵਯੰਬਰ ਦੇ ਵਿੱਚ ਸ਼ਰਤ ਇਹ ਸੀ, ਮੱਛੀ ਦੀ ਤੀਰ ਦੇ ਵਿੱਚ ਨਿਸ਼ਾਨਾ ਲਾਉਣਾ, ਤੀਰ ਮਾਰਨਾ ਹੈ, ਪਰ ਸਿੱਧਾ ਨਹੀਂ। ਹੇਠਾਂ ਤੇਲ ਦਾ ਭਰਿਆ ਹੋਇਆ ਕੜਾਇਆ ਰੱਖਿਆ ਸੀ, ਅਤੇ ਉੱਤੇ ਮੱਛੀ ਉਹ ਘੁੰਮ ਰਹੀ ਸੀ ਬੰਨ੍ਹੀ ਹੋਈ। ਬੜੇ ਬੜੇ ਸੂਰਬੀਰ ਯੋਧੇ ਉੱਠੇ, ਕੋਈ ਵੀ ਮੱਛੀ ਦੀ ਅੱਖ ਦੇ ਵਿੱਚ ਨਿਸ਼ਾਨਾ ਨਾ ਲਾ ਸਕਿਆ। ਅਖੀਰ ਦੇ ਵਿੱਚ ਅਰਜਨ ਉੱਠਿਆ, ਬ੍ਰਾਹਮਣ ਦਾ ਭੇਸ ਸੀ। ਅਰਜਨ ਜਦੋਂ ਕਮਾਨ ਫੜ ਕੇ ਕੜਾਏ ਵੱਲ ਵਧਿਆ, ਬਾਕੀ ਜਿੰਨੇ ਯੋਧੇ ਆਏ ਸੀ ਉਹ ਹੱਸੇ, ਕਹਿੰਦੇ ਆ ਬਾਹਮਣ ਜੀ, ਇਹ ਖੀਰ ਵਾਲਾ ਕੜਾਇਆ ਨਹੀਂ, ਇਹ ਨਿਸ਼ਾਨਾ ਲਾਉਣਾ ਹੈ ਮੱਛੀ ਦੀ ਅੱਖ ਦੇ ਵਿੱਚ। ਅਰਜਨ ਨੇ ਕੋਈ ਜਵਾਬ ਨਾ ਦਿੱਤਾ। ਕੋਲ ਗਏ, ਤੇਲ ਦੇ ਕੜਾਹੇ ਵਿੱਚ ਵੇਖਿਆ, ਤੀਰ ਕੱਢ ਕੇ ਕਮਾਨ ਦੇ ਵਿੱਚ ਸੰਨਿਆ ਅਤੇ ਨਿਸ਼ਾਨਾ ਲਾ ਦਿੱਤਾ। ਮੱਛੀ ਦੀ ਅੱਖ ਵਿੰਨ੍ਹੀ ਗਈ, ਜੈ ਜੈਕਾਰ ਹੋਈ। ਦ੍ਰੋਪਦੀ ਨੂੰ ਪਤਾ ਲੱਗਾ ਇੱਕ ਬ੍ਰਾਹਮਣ ਨੇ ਨਿਸ਼ਾਨਾ ਲਾ ਦਿੱਤਾ ਹੈ, ਪਰ ਸਵਯੰਬਰ ਸੀ, ਸ਼ਰਤ ਸੀ। ਮਨ ਵਿੱਚ ਸੋਚਿਆ, ਬ੍ਰਾਹਮਣ ਹੈ, ਸਾਰੀ ਉਮਰ ਮੰਗ ਕੇ ਖਾਣਾ ਪਏਗਾ। ਚਲੋ ਸ਼ਰਤ ਪੂਰੀ ਹੋਈ। ਦ੍ਰੋਪਦੀ ਨੂੰ ਵਿਆਹ ਕੇ ਅਰਜਨ ਲੈ ਆਇਆ।
ਮਹਾਂਭਾਰਤ ਵਿੱਚ ਜ਼ਿਕਰ ਹੈ, ਘਰੇ ਆਏ, ਦੱਸਿਆ ਨਹੀਂ। ਮਾਂ ਨੂੰ ਕਿਹਾ, ਮਾਂ ਆ ਵੇਖ ਅਸੀਂ ਕੀ ਲੈ ਕੇ ਆਏ ਹਾਂ। ਮਾਂ ਕਹਿੰਦੀ, ਪੁੱਤ ਪੰਜੇ ਵੰਡ ਲਓ। ਜਦੋਂ ਬਾਹਰ ਆਈ ਵੇਖਿਆ, ਫਿਰ ਪਛਤਾਉਣ ਲੱਗੀ ਵੀ ਮੈਂ ਇਹ ਬਚਨ ਕਿਉਂ ਕੀਤਾ, ਪਰ ਕਮਾਨ 'ਚੋਂ ਨਿਕਲਿਆ ਤੀਰ ਵਾਪਸ ਨਹੀਂ ਹੁੰਦਾ। ਦ੍ਰੋਪਦੀ ਨੂੰ ਪੰਜਾਂ ਦੀ ਘਰਵਾਲੀ ਬਣ ਕੇ ਰਹਿਣਾ ਪਿਆ, ਪੰਜਾਂ ਦੀ ਘਰਵਾਲੀ ਸੀ। ਜਿਸ ਵੇਲੇ ਇਸ ਦੁਰਯੋਧਨ ਤੇ ਯੁਧਿਸ਼ਟਰ ਨੇ ਜੂਆ ਖੇਡਿਆ, ਹਾਰੇ ਨੇ। ਉਸ ਤੋਂ ਪਹਿਲਾਂ ਦੀ ਇਹ ਘਟਨਾ ਹੈ। ਪਾਂਡਵਾਂ ਨੇ ਇੱਕ ਸਮਾਗਮ ਕੀਤਾ ਸੀ ਮਹਿਲਾਂ ਦੇ ਵਿੱਚ, ਸੱਦਾ ਦਿੱਤਾ ਸਾਰਿਆਂ ਨੂੰ। ਰੰਗ ਭਰਨ ਦੇ ਵਿੱਚ ਦ੍ਰੋਪਦੀ ਬੜੀ ਮਾਹਰ ਸੀ। ਜਦੋਂ ਸਮਾਗਮ ਹੋਇਆ, ਇਹੋ ਜਿਹੇ ਰੰਗ ਭਰੇ, ਉਹ ਜਿਹੜੀ ਜਿੱਥੇ ਪਾਣੀ ਸੀ ਇਉਂ ਲੱਗਦਾ ਸੀ ਵੀ ਜਿਵੇਂ ਇੱਥੇ ਖੁਸ਼ਕ ਜ਼ਮੀਨ ਹੈ, ਫਰਸ਼ ਹੈ, ਤੇ ਦੂਜੇ ਥਾਂ ਇਉਂ ਲੱਗਦਾ ਸੀ ਪਾਣੀ ਹੈ। ਦੁਰਯੋਧਨ ਆਇਆ, ਜਿੱਥੇ ਤਾਂ ਪਾਣੀ ਸੀ ਬੜਾ ਸੰਭਲ ਕੇ ਪੈਰ ਰੱਖਿਆ ਵੀ ਪਾਣੀ ਬਚ ਕੇ, ਤੇ ਦੂਜੇ ਪਾਸੇ ਜਿੱਥੇ ਫਰਸ਼ ਨਜ਼ਰ ਆਉਂਦਾ ਸੀ ਉੱਥੇ ਜਦੋਂ ਪੈਰ ਰੱਖਿਆ ਤੇ ਪਾਣੀ 'ਚ ਡਿੱਗ ਗਿਆ। ਦ੍ਰੋਪਦੀ ਨੇ ਸੁਭਾਵਕ ਕਹਿ ਦਿੱਤਾ, ਅੰਨੇ ਦਾ ਅੰਨਾ, ਕਿਉਂਕਿ ਦੁਰਯੋਧਨ ਦਾ ਪਿਤਾ ਧ੍ਰਿਤਰਾਸ਼ਟਰ ਉਹ ਅੰਨਾ ਸੀ। ਦੁਰਯੋਧਨ ਨਾ ਤਾਂ ਸਮਾਗਮ ਵਿੱਚ ਉਹ 'ਚ ਸ਼ਾਮਲ ਹੋਇਆ ਤੇ ਮਨ ਵਿੱਚ ਗੁੱਸਾ ਕਰਕੇ ਚਲਿਆ ਗਿਆ। ਕਹਿੰਦਾ, ਤੈਨੂੰ ਤਾਂ ਮੈਂ ਦੱਸਾਂਗਾ ਵੀ ਅੰਨੇ ਦਾ ਅੰਨਾ ਕੀ ਹੁੰਦਾ ਹੈ। ਫਿਰ ਜਿਸ ਵੇਲੇ ਜੂਏ ਦੇ ਵਿੱਚ ਯੁਧਿਸ਼ਟਰ ਸਭ ਕੁਝ ਹਾਰ ਜਾਂਦਾ ਹੈ, ਉਦੋਂ ਫਿਰ ਉਹ ਵੈਰ ਭਾਵ ਮਨ ਵਿੱਚ ਚਿਤਾਰ ਕੇ ਦੁਰਯੋਧਨ ਕਿ ਦ੍ਰੋਪਦੀ ਨੇ ਮੈਨੂੰ ਆ ਬੋਲੀ ਮਾਰੀ ਸੀ, ਅੰਨੇ ਦਾ ਅੰਧਾ, ਮੈਂ ਇਹਨੂੰ ਬੇਪਤ ਕਰਨਾ ਹੈ। ਉਹ ਕਥਾ ਦਾ ਜ਼ਿਕਰ ਭਾਈ ਗੁਰਦਾਸ ਜੀ ਕਰ ਰਹੇ ਹੈ। ਅੰਦਰ ਸਭਾ ਦੁਸ਼ਾਸਣੈ, ਮੱਥੇ ਵਾਲ ਦ੍ਰੋਪਦੀ ਆਂਦੀ। ਜਦੋਂ ਜੂਏ ਵਿੱਚ ਸਭ ਕੁਝ ਹਾਰ ਗਏ, ਦ੍ਰੋਪਦੀ ਨੂੰ ਵੀ ਹਾਰ ਗਏ। ਦੁਰਯੋਧਨ ਦਾ ਛੋਟਾ ਭਾਈ, ਉਹਦਾ ਨਾਂ ਸੀ ਦੁਸ਼ਾਸਨ। ਦੁਰਯੋਧਨ ਕਹਿੰਦਾ, ਜਾ ਦ੍ਰੋਪਦੀ ਨੂੰ ਸਿਰ ਦੇ ਵਾਲਾਂ ਤੋਂ ਫੜ ਕੇ ਘੜੀਸ ਕੇ ਇੱਥੇ ਮੇਰੀ ਸਭਾ ਦੇ ਵਿੱਚ ਲੈ ਕੇ ਆ। ਕਿਉਂਕਿ ਸਭ ਕੁਝ ਹਾਰ ਚੁੱਕੇ ਸੀ। ਪਾਂਡਵ ਆਪਣਾ ਸਰੀਰ ਵੀ, ਆਪਣਾ ਬਲ ਵੀ ਹਾਰ ਚੁੱਕੇ ਸੀ, ਕੁਝ ਨਹੀਂ ਸੀ ਕਰ ਸਕਦੇ। ਸਾਰੇ ਭਰਾ ਦੁਰਯੋਧਨ ਦੇ ਉੱਥੇ 100 ਭਰਾ ਇਕੱਠਾ ਸੀ। ਉਹਦੀ ਸਭਾ ਦੇ ਵਿੱਚ ਵੱਡੇ ਵੱਡੇ ਉਹਦੇ ਯੋਧੇ ਸੀ। ਸੋ ਦੁਸ਼ਾਸਨ ਗਿਆ ਤੇ ਦ੍ਰੋਪਦੀ ਨੂੰ ਮੱਥੇ ਵਾਲ ਦ੍ਰੋਪਦੀ ਆਂਦੀ, ਮੱਥੇ ਦੇ ਵਾਲਾਂ ਤੋਂ ਭਾਵ ਸਿਰ ਦੇ ਵਾਲਾਂ ਤੋਂ ਫੜ ਕੇ ਘੜੀਸ ਕੇ ਉਹਨੇ ਦੁਰਯੋਧਨ ਦੀ ਸਭਾ ਵਿੱਚ ਲਿਆਂਦਾ। ਦ੍ਰੋਪਦੀ ਨੇ ਬਥੇਰੇ ਵਾਸਤੇ ਪਾਏ, ਪਰ ਕੌਣ ਉੱਥੇ ਸੁਣਨ ਵਾਲਾ ਸੀ। ਦੂਤਾਂ ਨੂੰ ਫੁਰਮਾਇਆ, ਨੰਗੀ ਕਰਹੁ ਪੰਚਾਲੀ ਬਾਂਦੀ। ਦੁਰਯੋਧਨ ਨੇ ਆਪਣੇ ਦੂਤਾਂ ਨੂੰ, ਨੌਕਰਾਂ ਨੂੰ ਹੁਕਮ ਕੀਤਾ, ਕਹਿੰਦਾ ਸਭਾ ਦੇ ਵਿੱਚ ਨੰਗੀ ਕਰਹੁ ਪੰਚਾਲੀ ਬਾਂਦੀ। ਇਹਨਾਂ ਪੰਜਾਂ ਦੀ ਜਿਹੜੀ ਬਾਂਦੀ ਦਾਸੀ ਹੈ, ਇਸਤਰੀ ਹੈ, ਪੰਜਾਂ ਪਾਂਡਵਾਂ ਦੀ ਘਰਵਾਲੀ, ਸਭਾ ਦੇ ਵਿੱਚ ਇਹਨੂੰ ਨਗਨ ਕਰੋ। ਇਹਦੇ ਤਨ ਦੀ ਜਿਹੜੀ ਸਾੜੀ ਹੈ ਉਹ ਸਾਰੀ ਉਤਾਰ ਦੇਵੋ। ਪੰਜੇ ਪਾਂਡੋ ਵੇਖਦੇ, ਔ ਘਟ ਰੁੱਧੀ ਨਾਰ ਜਿਨ੍ਹਾਂ ਦੀ। ਦੁਰਯੋਧਨ ਦੀ ਸਭਾ ਦੇ ਵਿੱਚ ਪੰਜੇ ਪਾਂਡੋ ਵੇਖਦੇ ਨੇ, ਪਰ ਹਾਰ ਚੁੱਕੇ ਸੀ, ਨਿਤਾਣੇ ਹੋ ਚੁੱਕੇ ਸੀ, ਕੁਛ ਵੀ ਨਹੀਂ ਸੀ ਕਰ ਸਕਦੇ। ਪੰਜੇ ਪਾਂਡੋ ਵੇਖਦੇ ਨੇ, ਸ਼ਰਮਸ਼ਾਰ ਹਨ ਵੀ ਹੁਣ ਕਰੀਏ ਕੀ। ਔ ਘਟ ਰੁੱਧੀ ਨਾਰ ਜਿਨ੍ਹਾਂ ਦੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜਿਨ੍ਹਾਂ ਦੀ ਨਾਰ, ਜਿਨ੍ਹਾਂ ਦੀ ਘਰਵਾਲੀ ਬਿਪਤਾ ਦੇ ਵਿੱਚ, ਔਖੀ ਘੜੀ ਦੇ ਵਿੱਚ ਫਸੀ ਹੋਈ ਹੈ, ਹੁਣ ਕੋਈ ਵੀ ਬਚਾਉਣ ਵਾਲਾ ਨਹੀਂ। ਸਭਾ ਦੇ ਵਿੱਚ ਭੀਸ਼ਮ ਪਿਤਾਮਾ ਵਰਗੇ ਯੋਧੇ, ਦਰੋਣਾਚਾਰ ਵਰਗੇ ਗੁਰੂ ਬੈਠੇ ਹੋਏ ਸਨ, ਜਿਨ੍ਹਾਂ ਨੇ ਵਰਜਿਆ ਵੀ ਦੁਰਯੋਧਨ ਨੂੰ ਇੱਦਾਂ ਨਾ ਕਰ, ਪਰ ਦੁਰਯੋਧਨ ਜਿਹੜਾ ਸੀ ਉਹ ਕਿਸੇ ਦੀ ਸੁਣਦਾ ਹੀ ਨਹੀਂ ਸੀ। ਅੱਖੀਂ ਮੀਟ ਧਿਆਨ ਧਰ, ਹਾ ਕ੍ਰਿਸ਼ਨ ਕਰੈ ਬਿਲ ਲਾਂਦੀ। ਜਿਸ ਵੇਲੇ
ਦ੍ਰੋਪਦੀ ਦਾ ਚੀਰ ਹਰਨ ਕਰਨ ਲੱਗੇ, ਉਹਦੀ ਸਾੜੀ ਖਿੱਚ ਕੇ ਉਤਾਰਨ ਲੱਗੇ ਦੁਰਯੋਧਨ ਦੇ ਨੌਕਰ। ਦ੍ਰੋਪਦੀ ਨੇ ਵੇਖਿਆ ਹੁਣ ਇੱਥੇ ਮੇਰੀ ਰੱਖਿਆ ਕਰਨ ਵਾਲਾ ਕੋਈ ਨਹੀਂ, ਮੈਨੂੰ ਬੇਪਤ ਕਰਨਗੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਅੱਖੀਂ ਮੀਟ ਧਿਆਨ ਧਰ। ਫਿਰ ਉਹਨੇ ਅੱਖਾਂ ਬੰਦ ਕਰਕੇ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਧਿਆਨ ਧਰਿਆ। ਹਾ ਹਾ ਕ੍ਰਿਸ਼ਨ ਕਰੈ ਬਿਲ ਲਾਂਦੀ। ਹੇ ਕ੍ਰਿਸ਼ਨ, ਹੇ ਗੋਕੁਲ ਵਾਸੀ, ਰੋਂਦੀ ਹੋਈ ਨੇ ਪੁਕਾਰ ਕੀਤੀ, ਮੇਰੀ ਰੱਖਿਆ ਕਰੋ। ਤੁਹਾਡੇ ਤੋਂ ਬਿਨਾਂ ਇਸ ਸਭਾ ਦੇ ਵਿੱਚ ਮੇਰੀ ਹੋਰ ਕੋਈ ਰੱਖਿਆ ਨਹੀਂ ਕਰ ਸਕਦਾ। ਸੋ ਇਸ ਤਰ੍ਹਾਂ ਦੁਹਾਈ ਪਾਉਣ ਲੱਗੀ। ਕੱਪੜ ਕੋਟ ਉਸਾਰਿਓਨ, ਥੱਕੇ ਦੂਤ ਨ ਪਾਰ ਵਸਾਂਦੀ। ਦੂਤਾਂ ਨੇ ਇੱਕ ਸਾੜੀ ਲਾਈ ਤਾਂ ਅੱਗੇ ਇੱਕ ਹੋਰ ਸਾੜੀ ਬੱਧੀ ਹੋਈ ਵੇਖੀ। ਉਹ ਬਸਤਰ ਵੱਧਦਾ ਹੀ ਗਿਆ, ਲੰਮਾ ਹੀ ਹੁੰਦਾ ਗਿਆ। ਕੱਪੜ ਕੋਟ ਉਸਾਰਿਓਨ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕੱਪੜੇ ਦਾ ਕਿਲਾ ਹੀ ਉਸਾਰਿਆ ਗਿਆ, ਢੇਰ ਲੱਗ ਗਿਆ। ਦੂਤ ਕੱਪੜਾ ਖਿੱਚਦੇ ਰਹੇ, ਲਾਉਂਦੇ ਰਹੇ, ਦ੍ਰੋਪਦੀ ਘੁੰਮਦੀ ਰਹੀ, ਪਰ ਉਹ ਬਸਤਰ ਖਤਮ ਨਾ ਹੋਇਆ। ਥੱਕੇ ਦੂਤ ਨਾ ਪਾਰ ਵਸਾਂਦੀ। ਜਿੰਨੇ ਦੂਤ ਨੌਕਰ ਸੀ ਸਾਰੇ ਥੱਕ ਗਏ। ਸੋ ਉਹਨਾਂ ਦਾ ਵਸ ਨਾ ਕੋਈ ਵੀ ਗਿਆ। ਕੱਪੜਾ ਉਤਾਰਦੇ ਰਹੇ ਅਤੇ ਦ੍ਰੋਪਦੀ ਦਾ ਉਹ ਬਸਤਰ, ਉਹ ਸਾੜੀ ਵੱਧਦੀ ਗਈ। ਇੰਨਾ ਵੱਡਾ ਅੰਬਾਰ ਢੇਰ ਲੱਗ ਗਿਆ ਵੀ ਉਹਦੀ ਸਭਾ ਦੇ ਵਿੱਚ ਉਹ ਕੱਪੜਾ ਨਹੀਂ ਸੀ ਸਮਾਉਂਦਾ। ਹੱਥ ਮਰੋੜਨ ਸਿਰ ਧੁਣਨ, ਪਛੋਤਾਨ ਕਰਨ ਜਾਹੇ ਜਾਂਦੀ। ਦੁਰਯੋਧਨ ਵੀ, ਦੁਸ਼ਾਸਨ ਵੀ, ਉਹਦੇ ਹੋਰ ਭਰਾ ਜਿੰਨੇ ਸਭਾ ਵਿੱਚ ਹਾਜ਼ਰ ਸਨ ਸਾਰੇ ਹੀ ਹੈਰਾਨ ਨੇ। ਦੁਰਯੋਧਨ ਦੁਸ਼ਾਸਨ ਹੱਥਾਂ ਨੂੰ ਮਰੋੜਦੇ, ਸਿਰ ਨੂੰ ਧੁਣਦੇ ਹੈ ਔਰ ਨਿਰਾਸ਼ਤਾ ਦੇ ਨਾਲ ਝੂਰਦੇ ਹੈ ਵੀ ਇਹ ਕੀ ਬਣ ਗਿਆ। ਬੁਰੇ ਵੀ ਬਣੇ ਅਤੇ ਬੁਰਿਆਈ ਵਾਲਾ ਕੰਮ ਵੀ ਪੂਰਾ ਨਾ ਹੋ ਸਕਿਆ। ਆਪੋ ਵਿੱਚ ਗੱਲਾਂ ਕਰਦੇ ਪਛਤਾਉਂਦੇ ਹੈ ਕਿ ਇਹ ਬਦਲਾ ਲੈਣ ਦਾ ਇਸ ਤੋਂ ਵੱਡਾ ਮੌਕਾ ਫੇਰ ਨਹੀਂ ਮਿਲਣਾ। ਪਰ ਸਮਾਂ ਬੀਤ ਗਿਆ। ਦੂਤ ਥੱਕ ਕੇ ਦ੍ਰੋਪਦੀ ਨੂੰ ਛੱਡ ਕੇ ਪਿੱਛੇ ਹਟ ਗਏ ਅਤੇ ਦੁਰਯੋਧਨ ਕਹਿੰਦਾ ਜਾਹੇ ਜਾਂਦੀ, ਜਾ ਇੱਥੋਂ ਚਲੇ ਜਾ। ਹੁਣ ਦ੍ਰੋਪਦੀ ਨੂੰ ਕਹਿੰਦਾ ਵੀ ਇੱਥੋਂ ਸਭਾ ਵਿੱਚੋਂ ਚਲੀ ਜਾ। ਘਰ ਆਈ ਠਾਕੁਰ ਮਿਲੇ, ਪੈਜ ਰਹੀ ਬੋਲੇ ਸ਼ਰਮਾਂਦੀ। ਜਦੋਂ ਦ੍ਰੋਪਦੀ ਆਪਣੇ ਘਰ ਆਈ ਤਾਂ ਅੱਗੇ ਸ੍ਰੀ ਕ੍ਰਿਸ਼ਨ ਜੀ ਮਿਲ ਪਏ। ਪੈਜ ਰਹੀ ਬੋਲੇ ਸ਼ਰਮਾਂਦੀ। ਕ੍ਰਿਸ਼ਨ ਜੀ ਨੇ ਕਿਹਾ ਵੀ ਪੈਜ ਇੱਜ਼ਤ ਰਹੀ ਹੈ, ਤਾਂ ਸ਼ਰਮਾਉਂਦੀ ਹੋਈ ਨੇ ਕਿਹਾ ਹਾਂ, ਤੁਹਾਡੀ ਮੈਂ ਆਰਾਧਨਾ ਕੀਤੀ ਸੀ, ਤੁਸੀਂ ਕਿਰਪਾ ਕੀਤੀ, ਮੇਰੀ ਪੈਜ ਰੱਖੀ। ਹੇ ਭਗਵਾਨ ਜੀ, ਮੇਰੀ ਪੈਜ ਰਹਿ ਗਈ, ਤੁਸੀਂ ਮੈਨੂੰ ਬਚਾ ਲਿਆ। ਅਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ, ਨਾਥ ਅਨਾਥਾਂ ਬਾਣ ਧੁਰਾਂ ਦੀ। ਜੋ ਨਾਥ ਮਾਲਕ ਹੈ ਨਾ, ਪਰਮੇਸ਼ਰ, ਅਨਾਥਾਂ, ਉਹ ਅਨਾਥਾਂ ਨੂੰ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ, ਕਹਿੰਦੇ ਉਸ ਅਨਾਥਾਂ ਦੀ ਰੱਖਿਆ ਕਰਨ ਦੀ ਬਾਣ, ਆਦਤ, ਬਿਰਦ ਇਹ ਧੁਰ ਤੋਂ ਹੀ ਹੈ। ਕਹਿੰਦੇ ਵੇਖੋ ਕ੍ਰਿਸ਼ਨ ਜੀ ਨੇ ਦ੍ਰੋਪਦੀ ਦੀ ਰੱਖਿਆ ਕੀਤੀ। ਇਸੇ ਤਰ੍ਹਾਂ ਜਿਹੜਾ ਪਰਮਾਤਮਾ ਨਾ, ਉਹ ਵਾਹਿਗੁਰੂ ਭਗਤ ਵਸ਼ਲ ਹੈ। ਜਿਹੜੇ ਅਨਾਥ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ, ਪੀੜਾ ਸਮੇਂ ਉਹਨਾਂ ਨੂੰ ਬਚਾਉਂਦਾ ਹੈ, ਅਤੇ ਉਹਦੀ ਇਹ ਬਾਣ ਹੈ, ਉਹਦੀ ਆਦਤ ਹੈ ਕਿ ਆਪਣੇ ਪਿਆਰਿਆਂ ਦੀ ਆਰਾਧਨਾ ਕਰਨ ਵਾਲਿਆਂ ਦੀ ਰੱਖਿਆ ਕਰਨੀ। ਇਹਦੇ ਵਿੱਚ ਵੀ ਇੱਕ ਪੁਰਾਣੀ ਕਥਾ ਹੈ। ਉਹ ਇਸ ਤਰ੍ਹਾਂ ਹੈ ਕਿ ਜਦੋਂ ਦ੍ਰੋਪਦੀ ਦਾ ਵਿਆਹ ਨਹੀਂ ਸੀ ਹੋਇਆ, ਇੱਕ ਵਾਰ ਆਪਣੀਆਂ ਸਹੇਲੀਆਂ ਦੇ ਨਾਲ ਮਿਲ ਕੇ ਨਦੀ ਦੇ ਕੰਢੇ ਉੱਥੇ ਖੇਡਣ ਗਈ ਹੈ। ਉੱਥੇ ਦੁਰਵਾਸਾ ਰਿਸ਼ੀ ਆ ਗਏ ਸੀ। ਉਹ ਨਦੀ ਦੇ ਵਿੱਚ ਵੜ ਕੇ ਇਸ਼ਨਾਨ ਕਰਨ ਲੱਗ ਪਏ। ਪਾਣੀ ਦੀ ਧਾਰਾ ਤੇਜ਼ ਸੀ। ਰਿਸ਼ੀ ਦੀ ਜਿਹੜੀ ਕੁਪੀਨ ਸੀ ਨਾ, ਲੱਕ ਨਾਲ ਬੰਨ੍ਹਿਆ ਕੱਪੜਾ, ਧੋਤੀ, ਉਹ ਪਾਣੀ 'ਚ ਰੁੜ ਗਿਆ। ਹੁਣ ਪਾਣੀ ਤੋਂ ਬਾਹਰ ਨਾ ਨਿਕਲਣ, ਨਗਨ ਸਨ, ਤਾਂ ਆਵਾਜ਼ ਦੇ ਕੇ ਕਿਹਾ, ਐ ਦੇਵੀਓ, ਮੈਨੂੰ ਜੇ ਕੁਝ ਬਸਤਰ ਦੇ ਦੇਵੋ ਤੁਸੀਂ ਆਪਣੀ ਚੁੰਨੀ ਦੇ ਨਾਲੋਂ, ਅਤੇ ਮੈਂ
ਤੇੜ ਬੰਨ੍ਹ ਲਵਾਂਗਾ, ਮੇਰਾ ਪਰਦਾ ਕੱਜਿਆ ਜਾਵੇਗਾ। ਦ੍ਰੋਪਦੀ ਨੇ ਉਦੋਂ ਆਪਣੀ ਚੁੰਨੀ ਨਾਲੋਂ ਕੁਝ ਬਸਤਰ ਪਾੜ ਕੇ ਤੇ ਉਹ ਰਿਸ਼ੀ ਦੁਰਵਾਸ਼ਾ ਵੱਲ ਸੁੱਟਿਆ। ਉਹ ਪਾਣੀ 'ਚ ਰੁੜ ਗਿਆ, ਹੱਥ ਨਾ ਆਇਆ। ਦੂਜੀ ਵਾਰਾਂ, ਤੀਜੀ ਵਾਰਾਂ, ਚੌਥੀ ਵਾਰਾਂ ਅੱਧੀ ਤੋਂ ਜ਼ਿਆਦਾ ਚੁੰਨੀ ਪਾੜ ਦਿੱਤੀ। ਅਖੀਰ ਕੱਪੜਾ ਪਾੜ ਕੇ ਜਦੋਂ ਸੁੱਟਿਆ, ਉਹ ਰਿਸ਼ੀ ਦੇ ਹੱਥ ਆਇਆ, ਦੁਰਵਾਸ਼ਾ ਦੇ। ਉਹਨੇ ਕੁਪੀਨ ਤੇੜ ਬੰਨ੍ਹੀ, ਰਿਸ਼ੀ ਦਾ ਪਰਦਾ ਕੱਜਿਆ ਗਿਆ ਅਤੇ ਉਹਨੇ ਬਚਨ ਕੀਤਾ ਸੀ ਵੀ ਤੂੰ ਮੇਰਾ ਪਰਦਾ ਕੱਜਿਆ ਅਤੇ ਸਮਾਂ ਆਵੇਗਾ, ਪਰਮਾਤਮਾ ਤੇਰੇ ਪਰਦੇ ਕੱਜੇਗਾ, ਦੁਸ਼ਮਣ ਤੇਰਾ ਕੁਝ ਨਹੀਂ ਵਿਗਾੜ ਸਕਣਗੇ। ਅਤੇ ਉਹ ਫਿਰ ਜਦੋਂ ਦੁਰਯੋਧਨ ਦੀ ਸਭਾ ਦੇ ਵਿੱਚ ਦ੍ਰੋਪਦੀ ਨੂੰ ਨਗਨ ਕਰਨ ਲੱਗੇ ਸੀ, ਫਿਰ ਉਸ ਵੇਲੇ ਦ੍ਰੋਪਦੀ ਦੀ ਪੈਜ ਰੱਖੀ ਗਈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਤਿਗੁਰੂ ਨੇ ਜ਼ਿਕਰ ਕੀਤਾ ਹੈ, ਅਬ ਰਾਖਹੁ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਕਸ਼ ਫਾਰੇ ਕਰ ਆਜ, ਫਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਛੀਨਤ ਬਸਤਰ ਦੀਨ ਬਹੁ ਸਾਜ, ਸੋ ਦਾਮਾ ਅਪਦਾ ਤੇ ਰਾਖਿਆ, ਗਨ ਕਾ ਪੜਤ ਪੂਰੇ ਤਿਹ ਕਾਜ। ਸੋ ਇਹ ਸਾਰੀਆਂ ਕਥਾਵਾਂ ਦਾ ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜ਼ਿਕਰ ਕੀਤਾ ਹੈ। ਦ੍ਰੋਪਦੀ ਦੀ ਪਤ ਰਹੀ ਔਰ ਉਹਦੀ ਇੱਜ਼ਤ ਬਚੀ। ਇਸੇ ਤਰ੍ਹਾਂ ਪਰਮਾਤਮਾ ਆਪਣੇ ਪਿਆਰਿਆਂ ਦੀ ਪਤ ਢੱਕਦਾ ਹੈ, ਲੋਕ ਪਰਲੋਕ ਵਿੱਚ ਉਹ ਪਰਦੇ ਕੱਜਦਾ ਹੈ, ਉਹ ਮਿਹਰ ਕਰਦਾ ਹੈ। ਸਤਿਗੁਰੂ ਕਿਰਪਾ ਕਰਨ। ਸੋ ਭਾਈ ਗੁਰਦਾਸ ਸਾਹਿਬ ਜੀ ਨੇ ਕਥਾ ਦਾ ਜ਼ਿਕਰ ਕਰਕੇ ਸਾਨੂੰ ਸਿੱਖਿਆ ਇਹ ਦਿੱਤੀ ਹੈ, ਅਨੀਤੀ ਜੋ ਹੈ ਉਹ ਕਦੇ ਵੀ ਨਹੀਂ ਸਾਨੂੰ ਕਰਨੀ ਚਾਹੀਦੀ। ਅਤੇ ਫਿਰ ਕੋਈ ਵਿਪਤਾ, ਕੋਈ ਮੁਸ਼ਕਲ, ਕੋਈ ਦੁੱਖ ਆ ਬਣੇ ਅਤੇ ਸਦਾ ਆਪਣੇ ਇਸ਼ਟ ਦੇਵ ਨੂੰ ਅਰਾਧਨਾ ਚਾਹੀਦਾ ਹੈ, ਆਪਣੇ ਇਸ਼ਟ ਦੇਵ ਅੱਗੇ ਅਰਦਾਸ ਕਰਨੀ ਚਾਹੀਦੀ, ਸਤਿਗੁਰੂ ਕਿਰਪਾ ਕਰੋ, ਆਪ ਮੇਰੀ ਰੱਖਿਆ ਕਰੋ। ਜਿਵੇਂ ਦ੍ਰੋਪਦੀ ਦੀ ਰੱਖਿਆ ਕੀਤੀ, ਮੇਰੇ 'ਤੇ ਵੀ ਮਿਹਰ ਕਰੋ। ਭੁੱਲਾਂ ਦੀ ਖਿਮਾ ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਘਰ ਆਈ ਠਾਕੁਰ ਮਿਲੇ, ਪੈਜ ਰਹੀ ਬੋਲੇ ਸ਼ਰਮਾਂਦੀ, ਨਾਥ ਅਨਾਥਾਂ ਬਾਣ ਧੁਰਾਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ